अस्सलामुअलैकुम जी नाजरीन। कल लाहौर हाई कोर्ट दे विच ऐसे मनाजर देखने वाले सामने आए कि 8 बच्चियां जड़ियां वो रोंदियां कुरलांदियां रहियां कि उन्हां दी मां जड़ी आ नवें शौहर दे नाल रवाना हो जांदी आ। ਉਹ ਉਹਨਾਂ ਨੂੰ ਪਹਿਚਾਣਨੇ ਤੋਂ ਇਨਕਾਰ ਕਰ ਦਿੰਦੀ ਆ। ਉਹ ਕਹਿੰਦੀ ਕਿ ਮੇਰੀਆਂ ਬੱਚੀਆਂ ਹੀ ਨਹੀਂ ਹੈਗੀਆਂ ਤੇ ਮੈਂ ਸ਼ਾਦੀ ਹੀ ਨਹੀਂ ਕੀਤੀ ਸੀ। ਤੇ ਉਹ ਬੱਚੀਆਂ ਜਿਹੜੀਆਂ ਰੋਂਦੀਆਂ ਕੁਰਲਾਉਂਦੀਆਂ ਰਹੀਆਂ ਜਦੋਂ ਜੱਜ ਨੇ ਫੈਸਲਾ ਦਿੱਤਾ ਕਿ ਇਹ ਆਪਣੇ ਨਵੇਂ ਸ਼ੌਹਰ ਦੇ ਨਾਲ ਜਾ ਸਕਦੀ ਆ। ਬੱਚੀਆਂ ਜਿਹੜੀਆਂ ਆਪਣੀ ਮਾਂ ਦੇ ਪੈਰ ਫੜਦੀਆਂ ਉਹਨੂੰ ਮਨਾਦੀਆਂ ਨੇ, ਲੇਕਿਨ ਮਾਂ ਨੇ ਇੱਕ ਨਾ ਸੁਣੀ, ਚੁੱਪ ਕਰਕੇ ਤੇ ਆਪਣੇ ਨਵੇਂ ਸ਼ੌਹਰ ਦੇ ਨਾਲ ਤਿੱਤਰ ਹੋ ਗਈ। ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਗੁਜਰਾਤ ਦੇ ਇਲਾਕੇ ਦੇ ਵਿੱਚ ਇੱਕ ਗੁਲਾਮ ਹੁਸੈਨ ਨਾਮੀ ਆਦਮੀ ਰਹਿੰਦਾ, ਉਹਨੇ ਕੱਲ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਦਰਖਾਸਤ ਦਿੱਤੀ ਸੀ ਕਿ ਮੇਰੇ ਸਸੁਰਾਲ ਵਾਲਿਆਂ ਨੇ ਮੇਰੀ ਬੀਵੀ ਨੂੰ ਹਬਸੇ ਬਿਜਾ ਦੇ ਵਿੱਚ ਰੱਖਿਆ, ਅਗਵਾ ਦਾ ਪਰਚਾ ਦਰਜ ਕਰਾਤਾ, ਦਰਖਾਸਤ ਦਿੱਤੀ। ਜਦੋਂ ਲਾਹੌਰ ਹਾਈ ਕੋਰਟ ਦੇ ਵਿੱਚ ਦਰਖਾਸਤ ਦਿੱਤੀ, ਇਹ ਦਰਖਾਸਤ ਜਿਹੜੀ ਹੈ ਜਸਟਿਸ ਤਾਰਕ ਨਦੀਮ ਦੀ ਅਦਾਲਤ ਦੇ ਵਿੱਚ ਲੱਗ ਗਈ। ਕੱਲ ਉਸ ਕੇਸ ਦਾ ਜਿਹੜਾ ਸੀ ਬੁਲਵਾਇਆ ਗਿਆ ਸੀ ਕਿ ਜਸਟਿਸ ਤਾਰਕ ਨਦੀਮ ਨੇ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਇਸ ਲੜਕੀ ਨੂੰ ਜਿਹਨੂੰ ਅਗਵਾ ਕੀਤਾ ਬਾਜ਼ਿਆਬ ਕਰਵਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਪੁਲਿਸ ਨੇ ਫਿਰ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਕੱਲ ਨੂੰ ਤਾਰੀਖ ਆ। ਫਿਰ ਇਹ ਜਿਹੜੀ ਮਾਂ ਆ ਜਿਹਦਾ ਨਾਮ ਆ ਸ਼ਬਨਮ, ਆਪਣੀ 8 ਬੇਟੀਆਂ ਦੇ ਨਾਲ ਨਾ ਆ ਕੇ ਅਦਾਲਤ ਦੇ ਵਿੱਚ ਬਹਿ ਜਾਂਦੀ ਆ। ਤਾਰੀਖ ਜਦੋਂ ਪਈ, ਉਹਨੇ ਕਿਹਾ ਕਿ ਜਦੋਂ ਆਵਾਜ਼ ਆਏਗੀ ਫਿਰ ਅਦਾਲਤ ਦੇ ਵਿੱਚ ਪੇਸ਼ ਹੋਣਾ। ਹੁਣ ਇਹ 8 ਬੱਚੀਆਂ ਦੇ ਨਾਲ ਬੈਠੀ ਆ ਅਦਾਲਤ ਦੇ ਹਾਤੇ ਦੇ ਵਿੱਚ, ਔਰ 8 ਬੱਚੀਆਂ ਨੂੰ ਕਹਿ ਰਹੀ ਆ ਕਿ ਮੈਂ ਤੁਹਾਡੇ ਨਾਲ ਆ। ਬੇਸ਼ੱਕ ਉਹਨੇ ਹਬਸੇ ਬਿਜਾ ਦਾ ਪਰਚਾ ਦਾਇਰ ਕੀਤਾ, ਮੈਂ ਜਿਹੜੇ ਬਿਆਨ ਆ ਮੈਂ ਉਹਦੇ ਖਿਲਾਫ ਦਵਾਂਗੀ, ਤੁਸੀਂ ਘਬਰਾਓ ਨਾ, ਮੈਂ ਤੁਹਾਡੇ ਨਾਲ ਆ। ਅੱਛਾ, ਇਹ ਜਿਹੜੀਆਂ 8 ਬੱਚੀਆਂ, ਇਹਨਾਂ 8 ਬੱਚੀਆਂ ਦੇ ਵਿੱਚੋਂ 2 ਬੱਚੀਆਂ ਜਿਹੜੀਆਂ ਉਹ ਸ਼ਾਦੀशुदा ਨੇ ਔਰ 6 ਬੱਚੀਆਂ ਹਜੇ ਗੈਰ ਸ਼ਾਦੀशुदा ਨੇ। ਜਿਸ ਵੇਲੇ ਆਵਾਜ਼ ਪੈਂਦੀ ਆ ਜਸਟਿਸ ਤਾਰਕ ਨਦੀਮ ਦੀ ਅਦਾਲਤ ਦੇ ਵਿੱਚੋਂ, ਗੁਲਾਮ ਹੁਸੈਨ ਜਿਹਨੇ ਹਬਸੇ ਬਿਜਾ ਦਾ ਪਰਚਾ FIR ਯਾਨੀ ਉਹ ਦਰਖਾਸਤ ਦਿੱਤੀ ਸੀ, ਉਹ ਜਿਸ ਵੇਲੇ ਪੇਸ਼ ਹੁੰਦੇ ਨੇ, ਗੁਲਾਮ ਹੁਸੈਨ ਵੀ ਹੁਣ ਖੜਾ ਹੁੰਦਾ। ਸ਼ਬਨਮ ਜਿਹੜੀ 8 ਬੇਟੀਆਂ ਦੀ ਮਾਂ ਆ, ਉਹ ਵੀ ਅਦਾਲਤ ਦੇ ਵਿੱਚ ਆ ਜਾਂਦੀ ਆ ਔਰ ਉਹਦਾ ਪਹਿਲਾ ਸ਼ੌਹਰ ਵੀ ਅਦਾਲਤ ਦੇ ਵਿੱਚ ਖੜਾ ਹੁੰਦਾ ਆ। ਜਿਸ ਵੇਲੇ ਜਸਟਿਸ ਤਾਰਕ ਸਾਹਿਬ ਪੁੱਛਦੇ ਨੇ ਜਸਟਿਸ ਤਾਰਕ ਨਦੀਮ ਸਾਹਿਬ ਦੇ ਅੱਗੇ, ਹਾਂ ਬਈ ਸ਼ਬਨਮ ਨੂੰ ਕਿ ਤੂੰ ਕੀ ਕਰਨਾ ਚਾਹੁੰਦੀ ਆ, ਗੁਲਾਮ ਹੁਸੈਨ ਨੇ ਦਿਖਾਇਆ ਕਿ ਇਸ ਸ਼ਬਨਮ ਨਾਮੀ ਲੜਕੀ ਨਾਲ ਮੇਰਾ ਨਿਕਾਹ ਹੋਇਆ, ਆ ਮੇਰਾ ਨਿਕਾਹਨਾਮਾ। ਔਰ ਉਸ ਸ਼ਬਨਮ ਨਾਮੀ ਲੜਕੀ ਨੇ ਜਦੋਂ ਇਹਦੇ ਨਾਲ ਨਿਕਾਹ ਕੀਤਾ, ਉਹਦੇ ਵਿੱਚ ਕੁਆਰੀ ਲਿਖਿਆ ਗਿਆ ਕਿ ਮੈਂ ਕੁਆਰੀ ਆ ਔਰ ਗੁਲਾਮ ਹੁਸੈਨ ਨਾਲ ਸ਼ਾਦੀ ਕਰ ਲਈ ਆ, ਨਿਕਾਹ ਜਿਹੜਾ ਉਹ ਪੇਸ਼ ਕੀਤਾ। ਤੇ ਜਿਸ ਵੇਲੇ ਜਸਟਿਸ ਤਾਰਕ ਨਦੀਮ ਨੇ ਇਹ ਨਿਕਾਹਨਾਮਾ ਦੇਖਿਆ ਕਿ ਗੁਲਾਮ ਹੁਸੈਨ ਦੇ ਨਾਲ ਇਹਦਾ ਨਿਕਾਹ ਹੋਇਆ ਤੇ ਇਹਦੇ ਵਿੱਚ ਇਹਨੇ ਕੁਆਰੀ ਜ਼ਾਹਰ ਕੀਤਾ ਹੋਇਆ, ਤੇ ਉਹਨੇ ਆਰਡਰ ਕਰ ਦਿੱਤੇ ਕੋਰਟ ਨੇ ਕਿ ਇਹ ਆਪਣੇ ਸ਼ੌਹਰ ਗੁਲਾਮ ਹੁਸੈਨ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਦੀ ਆ। ਤੇ ਜਿਸ ਵੇਲੇ ਇਹ ਬਾਹਰ ਨਿਕਲੇ, ਗੁਲਾਮ ਹੁਸੈਨ ਹੁਣ ਲੈ ਕੇ ਉਹਨੂੰ ਜਾਣ ਲੱਗਦਾ ਜਿਸ ਵੇਲੇ, ਤੇ ਉਸ ਸ਼ਬਨਮ ਨਾਮੀ ਲੜਕੀ ਦਾ ਜਿਹੜਾ ਭਰਾ ਆ ਉਹ ਵੀ ਆਵਾਜ਼ਾਂ ਮਾਰਦਾ, ਉਹਦੀਆਂ ਬੇਟੀਆਂ ਆਵਾਜ਼ਾਂ ਮਾਰਦੀਆਂ, ਉਹਦਾ ਸਾਬਕਾ ਸ਼ੌਹਰ ਖੜਾ ਹੁੰਦਾ, ਲੇਕਿਨ ਉਹ ਇੱਕ ਨਹੀਂ ਗੱਲ ਸੁਣਦੀ। ਬੇਟੀਆਂ ਆਪਣੀ ਮਾਂ ਦੇ ਪੈਰ ਫੜ ਲੈਂਦੀਆਂ ਕਿ ਮਾਂ ਤੂੰ ਸਾਨੂੰ ਛੱਡ ਕੇ ਨਾ ਜਾ, ਮਾਂ ਤੂੰ ਸਾਨੂੰ ਛੱਡ ਕੇ ਨਾ ਜਾ, ਲੇਕਿਨ ਮਾਂ ਕਿਸੇ ਦੀ ਨਹੀਂ ਸੁਣਦੀ। ਹੁਣ ਇਸ ਦੀ ਸਮਝ ਨਹੀਂ ਆਈ ਕਿ ਪਹਿਲਾ ਜਿਹੜਾ ਨਿਕਾਹ ਸੀ ਉਹਨੇ ਉਹਦੇ ਕੋਲੋਂ ਤਲਾਕ ਲਈ ਜਾਂ ਕੀ ਵਜ੍ਹਾ ਬਣੀ। ਹਜੇ ਤੱਕ ਇਹ ਕੇਸ ਜਿਹੜਾ ਦੁਬਾਰਾ 7 ਤਰੀਕ ਨੂੰ ਲੱਗੇਗਾ, ਇਹਦੀ ਕੋਈ ਸਮਝ ਨਹੀਂ ਆਈ। ਇਹ ਮਾਮਲਾ ਲੰਬਾ ਹੋ ਜਾਏਗਾ। ਜਦੋਂ ਟ੍ਰਾਇਲ ਕੋਰਟ ਦੇ ਵਿੱਚ ਇਹ ਕੇਸ ਚੱਲੇਗਾ ਫਿਰ ਪਤਾ ਚੱਲੇਗਾ ਕਿ ਇਹਨੇ ਨਿਕਾਹ ਇਹਦੇ ਨਾਲ ਕਿੱਦਾਂ ਕੀਤਾ। ਪਹਿਲਾ ਜਿਹੜਾ ਸ਼ੌਹਰ ਸੀ, ਆਦਮੀ ਸੀ, ਉਹਦੇ ਕੋਲੋਂ ਆਇਆ ਤਲਾਕ ਲਈ ਆ ਜਾਂ ਨਿਕਾਹ ਦੇ ਉੱਤੇ ਨਿਕਾਹ ਕਰ ਲਿਆ। ਵਕਤੀ ਤੌਰ ਤੇ ਜਸਟਿਸ ਤਾਰਕ ਨਦੀਮ ਨੇ ਸਿਰਫ ਨਿਕਾਹਨਾਮਾ ਦੇਖਿਆ ਔਰ ਉਹਦੇ ਵਿੱਚ ਉਹਨੂੰ ਦਿਖਾਇਆ ਗਿਆ ਕਿ ਮੈਂ ਕੁਆਰੀ ਆ ਔਰ ਇਹ ਮੇਰਾ ਸ਼ੌਹਰ ਆ।
ਉਹਨੇ ਆਪਣੀਆਂ ਬੱਚੀਆਂ ਨੂੰ ਪਹਿਚਾਣਨੇ ਤੋਂ ਇਨਕਾਰ ਕਰ ਦਿੱਤਾ। ਜਸਟਿਸ ਤਾਰਕ ਨਦੀਮ ਦੇ ਸਾਹਮਣੇ ਉਹਨੇ ਕਿਹਾ ਕਿ ਮੇਰੀ ਸ਼ਾਦੀ ਨਹੀਂ ਹੋਈ ਔਰ ਨਾ ਇਹ ਮੇਰੀਆਂ ਬੱਚੀਆਂ ਨੇ। ਤੇ ਜਸਟਿਸ ਤਾਰਕ ਨਦੀਮ ਨੇ ਸਬੂਤ ਵੇਖੇ, ਨਿਕਾਹਨਾਮਾ ਦੇਖਿਆ ਤੇ ਉਹਨੇ ਕਿਹਾ ਤੂੰ ਆਪਣੇ ਨਵੇਂ ਸ਼ੌਹਰ ਗੁਲਾਮ ਹੁਸੈਨ ਨਾਲ ਜਾ ਸਕਦੀ ਆ। ਇਹ ਇੱਕ ਬਹੁਤ ਹੀ ਦਿਲ ਖਰਾਸ਼ ਵਾਕਿਆ ਸੀ ਕਿ ਸਮਝ ਨਹੀਂ ਆਉਂਦੀ ਨਿਕਾਹ ਦੇ ਉੱਤੇ ਨਿਕਾਹ ਕਿਵੇਂ ਹੋ ਗਿਆ। ਹੁਣ ਜਦੋਂ ਟ੍ਰਾਇਲ ਕੋਰਟ ਦੇ ਵਿੱਚ ਇਹ ਕੇਸ ਚੱਲੇਗਾ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਉਹ ਜਿਹੜਾ ਪਹਿਲਾ ਸ਼ੌਹਰ ਆ ਔਰ ਉਹ ਜਿਹੜੀਆਂ ਬੇਟੀਆਂ ਨੇ 8 ਉਹ ਨਿਕਾਹਨਾਮਾ ਪੇਸ਼ ਕਰਕੇ ਸਾਬਤ ਕਰ ਸਕਦੀਆਂ ਨੇ ਕਿ ਇਹ ਸਾਡੀ ਸਗੀ ਮਾਂ ਜਾਂ ਨਹੀਂ। ਲੇਕਿਨ ਦੂਸਰੇ ਸ਼ੌਹਰ ਨੇ ਗੁਲਾਮ ਹੁਸੈਨ ਨੇ ਸਾਬਤ ਕਰ ਦਿੱਤਾ ਕਿ ਇਹ ਮੇਰੀ ਬੀਵੀ ਆ ਔਰ ਇਹ ਕੁਆਰੀ ਸੀ ਤੇ ਇਹਨੂੰ ਹਬਸੇ ਬਿਜਾ ਦੇ ਵਿੱਚ ਰੱਖਿਆ ਹੋਇਆ, ਮੇਰੇ ਨਾਲ ਜਾਣ ਨਹੀਂ ਦਿੰਦੇ। ਜਸਟਿਸ ਤਾਰਕ ਨਦੀਮ ਨੇ ਆਰਡਰ ਕਰ ਦਿੱਤੇ ਕਿ ਇਹ ਗੁਲਾਮ ਹੁਸੈਨ ਦੇ ਨਾਲ ਆਪਣੀ ਜ਼ਿੰਦਗੀ ਹੱਸੀ ਖੁਸ਼ੀ ਗੁਜ਼ਾਰ ਸਕਦੀ ਆ। ਹੁਣ ਦੁਬਾਰਾ ਤਾਰੀਖ ਜਿਹੜੀ ਆ 7 ਤਰੀਕ ਦੇ ਦਿੱਤੀ ਗਈ ਆ। ਹੁਣ 7 ਤਰੀਕ ਨੂੰ ਦੁਬਾਰਾ ਪੇਸ਼ ਹੋਣਾ। ਇਸ ਕੇਸ ਦਾ ਫੈਸਲਾ ਟ੍ਰਾਇਲ ਕੋਰਟ ਦੇ ਵਿੱਚ ਜਾ ਕੇ ਪਤਾ ਚੱਲੇਗਾ ਕਿ ਕਿਹੜੇ ਪਾਸੇ ਜਾਂਦਾ ਆਇਆ ਕਿ ਇਹਨੂੰ ਪਹਿਲਾ ਸ਼ੌਹਰ ਲੈ ਜਾਂਦਾ ਜਾਂ ਜਿਹੜਾ ਦੂਸਰਾ ਬਣਿਆ ਗੁਲਾਮ ਹੁਸੈਨ ਉਹਦੇ ਕੋਲ ਹੀ ਰਹਿੰਦੀ ਆ। ਇਹ ਸਬੂਤ ਦੇ ਉੱਤੇ ਸਾਰਾ ਕੁਝ ਸਾਹਮਣੇ ਆਏਗਾ। ਹਾਲਾਂਕਿ ਇਸਲਾਮ ਦੇ ਵਿੱਚ ਇੱਕ ਸ਼ਰਈ ਨਿਕਾਹ ਕਰਨਾ ਜਾਇਜ਼ ਆ, ਕਿਉਂਕਿ ਅਗਰ ਪਹਿਲੇ ਸ਼ੌਹਰ ਵੱਲੋਂ ਤਲਾਕ ਹੋ ਜਾਏ ਔਰ ਉਹ ਅੱਗੇ ਸ਼ਾਦੀ ਕਰਨਾ ਚਾਹਵੇ ਤੇ ਇਹਦੇ ਵਿੱਚ ਕੋਈ ਹਰਜ ਨਹੀਂ। ਇੱਕ ਔਰਤ ਇਸਲਾਮ ਦੇ ਤਰੀਕੇ ਦੇ ਮੁਤਾਬਕ ਆਪਣਾ ਹੱਕ ਰੱਖਦੀ ਹੈ, ਸ਼ਰਈ ਲਿਹਾਜ਼ ਨਾਲ ਉਹ ਨਿਕਾਹ ਕਰ ਸਕਦੀ ਆ। ਲੇਕਿਨ ਇਹ ਸਮਝ ਨਹੀਂ ਆਈ ਕਿ ਉਹਨੇ ਨਿਕਾਹ ਦੇ ਉੱਤੇ ਨਿਕਾਹ ਕਿਵੇਂ ਕਰ ਲਿਆ ਔਰ ਨਿਕਾਹ ਪੜ੍ਹਾਉਣੇ ਵਾਲੇ ਨੇ ਇਹ ਵਿੱਚ ਕਿੱਦਾਂ ਲਿਖਤਾ ਕਿ ਇਹ ਕੁਆਰੀ ਆ। ਹੁਣ ਇਸ ਗੱਲ ਦਾ ਬਾਅਦ ਦਾ ਸਾਰੀ ਦਾ ਫੈਸਲਾ ਅਦਾਲਤ ਕਰੇਗੀ। ਸਬੂਤ ਜਦੋਂ 7 ਤਰੀਕ ਨੂੰ ਦੂਸਰੀ ਪਾਰਟੀ ਜਿਹੜੀ ਆ ਲੈ ਕੇ ਆਏਗੀ, ਪਹਿਲਾ ਸ਼ੌਹਰ ਔਰ ਬੇਟੀਆਂ ਨੇ ਯਕੀਨ ਕਰੋ ਇਸ ਤਰ੍ਹਾਂ ਧਾਹਾਂ ਮਾਰ ਕੇ ਰੋਂਦੀਆਂ ਰਹੀਆਂ, ਮਾਂ ਦੇ ਪੈਰ ਪਕੜਦੀਆਂ ਰਹੀਆਂ, ਮਾਂ ਨੂੰ ਮਜਬੂਰ ਕਰਦੀਆਂ ਰਹੀਆਂ, ਲੇਕਿਨ ਮਾਂ ਨੇ ਇੱਕ ਨਾ ਸੁਣੀ ਔਰ ਮਾਂ ਆਪਣੇ ਪਹਿਲੇ ਸ਼ੌਹਰ ਦੇ ਨਾਲ ਚੁੱਪਚਾਪ ਕਰਕੇ ਤੇ ਨਿਕਲ ਗਈ। ਔਰ ਮੀਡੀਆ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਉਹਨੂੰ ਫੜਨੇ ਦੀ, ਲੇਕਿਨ ਉਹ ਪਕੜੀ ਨਾ ਗਈ। ਇਸ ਵੀਡੀਓ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾइब, ਲਾइक और शेयर ज़रूर कर देना। अगर ये वीडियो फेसबुक पेज पर देख रहे हो, फेसबुक पेज ਨੂੰ फॉलो ज़रूर कर लेना। अस्सलामु अलैकुम व रहमतुल्लाहि व बरकातहू।